ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਆਪਣੇ CPP ਜਾਂ ਕੈਨੇਡਾ ਪੈਨਸ਼ਨ ਪਲਾਨ ਦੇ ਰਿਟਾਇਰਮੈਂਟ ਬੈਨੀਫਿਟਸ ਕਿਵੇਂ ਇਨਕਰੀਜ਼ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਕੁਝ ਸਟੈਟਿਸਟਿਕਸ ਸ਼ੇਅਰ ਕਰਨਾ ਚਾਹੂੰਗਾ। 2016 ਤੋਂ 2021 ਤੱਕ ਕਰੀਬਨ 7 ਮਿਲੀਅਨ ਲੋਕ 65 ਜਾਂ 65 ਦੀ ਏਜ ਤੋਂ ਜ਼ਿਆਦਾ ਸੀਗੇ, which means 1 in 5 Canadian was above age 65 till 2021। 2021 ਵਿੱਚ 85 ਜਾਂ 85 ਤੋਂ ਜ਼ਿਆਦਾ ਦੀ ਪਾਪੂਲੇਸ਼ਨ ਸੀਗੀ 861,000 and by population projections statistics Canada is saying by 2046 ਇਹ ਕਰੀਬਨ 2.5 ਮਿਲੀਅਨ ਹੋ ਜਾਏਗੀ। ਇੱਕ ਲਾਸਟ ਸਟੈਟਿਸਟਿਕਸ ਅਗਸਤ 2022 ਵਿੱਚ 3,07,000 ਲੋਕ ਇੱਕ ਸਾਲ ਵਿੱਚ ਰਿਟਾਇਰ ਹੋਏ, ਜਿਹੜਾ ਕਿ 37% ਇਨਕਰੀਜ਼ ਸੀਗਾ ਪਿਛਲੇ ਸਾਲ ਤੋਂ। ਸੋ ਇਸ ਸਭ ਦਾ ਮਤਲਬ ਇਹ ਹੈ ਕਿ ਸਾਡੀ ਜਿਹੜੀ ਐਕਟਿਵ ਲੇਬਰ ਫੋਰਸ ਹੈ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ, which means more and more people are getting retired and getting aged। ਤੇ ਇਹ ਸਭ ਤੋਂ ਵੱਡਾ ਕਾਰਨ ਹੈਗਾ ਕਿ ਆਪਣੀ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਹੈਗੀ ਚੇਂਜ ਕਰ ਰਹੀ ਹੈ। ਹੁਣੀ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਕਿ ਨਵੰਬਰ 'ਚ ਜਿਹੜੀ ਸਾਡੀ ਇਮੀਗ੍ਰੇਸ਼ਨ ਮਿਨਿਸਟਰ ਹੈ ਕਾਰਲਾ ਕੁਆਲਟਰੋ, ਉਹਨਾਂ ਨੇ ਆਪਣੇ ਇਮੀਗ੍ਰੇਸ਼ਨ ਟਾਰਗੇਟਸ ਰੀਅਰੇਂਜ ਕੀਤੇ ਨੇ ਤੇ ਕਰੀਬਨ 5 ਲੱਖ ਲੋਕ ਘੱਟੋ ਘੱਟ ਹਰ ਸਾਲ ਅਗਲੇ 3 ਸਾਲਾਂ ਤੱਕ ਆਉਣਗੇ। ਨਾਓ ਕਮਿੰਗ ਬੈਕ ਟੂ CPP, ਇਸ ਏਜਡ ਪਾਪੂਲੇਸ਼ਨ ਦਾ ਜਿਹੜੀ ਆਪਣੀ ਪਾਪੂਲੇਸ਼ਨ ਏਜ ਹੋ ਰਹੀ ਹੈ ਇਹਦਾ CPP ਤੇ ਕੀ ਇਫੈਕਟ ਪੈਂਦਾ। ਨਾਓ ਇਹ ਜਿਹੜੇ ਪਾਪੂਲੇਸ਼ਨ ਟ੍ਰੈਂਡਸ ਜਿਹੜੇ ਮੈਂ ਦੱਸੇ ਹੈ ਇਹ 2011 ਵਿੱਚ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਗਵਰਨਮੈਂਟ ਨੇ ਰਿਕਗਨਾਈਜ਼ ਕਰ ਲਏ ਸੀਗੇ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈਗੀ ਏਜਡ ਹੁੰਦੀ ਜਾ ਰਹੀ ਹੈ ਤੇ ਇਹਦਾ CPP ਤੇ ਜਾਂ ਪੈਨਸ਼ਨ ਪਲਾਨ ਤੇ ਡਾਇਰੈਕਟ ਇਫੈਕਟ ਪਏਗਾ। ਬਿਕੋਜ਼ ਜਿੱਦਾਂ ਜਿੱਦਾਂ ਸਾਡਾ ਵਰਕਿੰਗ ਪੂਲ ਘਟ ਰਿਹਾ ਹੈ, ਗਵਰਨਮੈਂਟ ਨੂੰ ਓਬਵੀਅਸਲੀ ਪੈਨਸ਼ਨ ਜ਼ਿਆਦਾ ਦੇਣੀ ਪੈ ਰਹੀ ਹੈ ਤੇ ਪੈਨਸ਼ਨ ਵਾਸਤੇ ਬੰਦੇ ਕੰਮ ਘੱਟ ਕਰ ਰਹੇ ਨੇ ਤੇ ਪੈਨਸ਼ਨ ਜ਼ਿਆਦਾ ਜਾ ਰਹੀ ਹੈ। ਸੋ ਉਹਨਾਂ ਨੇ 2011 ਵਿੱਚ ਜਨਵਰੀ 1 2011 ਵਿੱਚ ਕੁਝ ਚੇਂਜਸ ਲਿਆਈਆਂ CPP ਰਿਟਾਇਰਮੈਂਟ ਬੈਨੀਫਿਟਸ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ CPP ਦੀ ਜਿਹੜੀ ਨਿਊਟਰਲ ਏਜ ਹੈ, CPP ਰਿਟਾਇਰਮੈਂਟ ਦੀ ਜਿਹੜੀ ਨਿਊਟਰਲ ਏਜ ਹੈ 65 ਹੈ। ਨਾ ਹੁਣ ਉਹਨਾਂ ਨੇ 2011 ਵਿੱਚ they have made some adjustments and enhancements to CPP ਰਿਟਾਇਰਮੈਂਟ ਬੈਨੀਫਿਟਸ। ਉਹਨਾਂ ਨੇ ਕੀ ਦੱਸਿਆ ਕਿ ਜੇ ਤੁਸੀਂ I mean 2011 ਤੋਂ ਤੁਸੀਂ 65 ਦੀ ਏਜ ਤੋਂ ਪਹਿਲਾਂ ਵੀ ਰਿਟਾਇਰ ਹੋ ਸਕਦੇ ਹੋ ਤੇ 65 ਦੀ ਏਜ ਤੋਂ ਬਾਅਦ ਵੀ ਰਿਟਾਇਰ ਹੋ ਸਕਦੇ ਹੋ। ਕੀ ਕੀਤਾ ਉਹਨਾਂ ਨੇ ਕਿ ਜੇ ਤੁਸੀਂ ਸਪੋਜ਼ 65 ਦੀ ਜਗ੍ਹਾ 60 ਦੀ ਏਜ ਵਿੱਚ ਰਿਟਾਇਰ ਹੁੰਦੇ ਹੋ ਤੇ ਤੁਹਾਡਾ ਜਿਹੜਾ CPP ਬੈਨੀਫਿਟ ਸੀਗੇ ਉਹ ਕਰੀਬਨ 36% ਤੁਹਾਨੂੰ ਘੱਟ ਮਿਲਣਗੇ। ਸੋ ਜੇ ਸਪੋਜ਼ ਤੁਹਾਨੂੰ 65 ਦੀ ਏਜ ਵਿੱਚ ਮਿਲਨੇ ਸੀਗੇ $1000 ਤੇ ਹੁਣ ਤੁਸੀਂ 60 ਦੀ ਏਜ ਵਿੱਚ ਜੇ ਰਿਟਾਇਰ ਹੋ ਰਹੇ ਹੋ ਤੁਹਾਨੂੰ ਮਿਲਣਗੇ ਕਰੀਬਨ $640, which is 0.6% less each month you retire early। Now by the same token ਜੇ ਤੁਸੀਂ ਆਪਣੀ ਰਿਟਾਇਰਮੈਂਟ ਡਿਲੇ ਕਰਦੇ ਹੋ, ਹੁਣ ਤੁਸੀਂ 65 ਦੀ ਜਗ੍ਹਾ ਗਵਰਨਮੈਂਟ ਨੂੰ ਕਹਿੰਦੇ ਹੋ ਕਿ ਨਾਓ ਆਮ ਫੀਲਿੰਗ ਫਾਈਨ, ਮੇਰੇ ਕੋਲ ਜੌਬ ਹੈ, ਮੇਰੇ ਕੋਲ ਇਨਫ ਸੇਵਿੰਗਸ ਹੈਗੀਆਂ ਤੇ ਆਮ ਫੀਲਿੰਗ ਹੈਲਦੀ ਐਜ਼ ਵੈਲ, ਮੈਂ ਕੰਮ ਕਰਨਾ ਚਾਹ ਰਿਹਾ ਤੇ ਮੈਂ ਆਪਣੀ ਰਿਟਾਇਰਮੈਂਟ 70 ਵਿੱਚ ਡਿਕਲੇਅਰ ਕਰਾਂਗਾ। ਸੋ ਜੇ ਤੁਸੀਂ ਆਪਣੀ ਰਿਟਾਇਰਮੈਂਟ 70 ਤੱਕ ਡਿਲੇ ਕਰਦੇ ਹੋ ਤੇ ਉਹੀ $1000 ਜਿਹੜਾ ਤੁਹਾਨੂੰ 65 ਦੀ ਏਜ ਵਿੱਚ ਮਿਲਣਾ ਸੀਗਾ, ਨਾਓ ਯੂ ਵਿਲ ਬੀ ਗੈਟਿੰਗ ਐਕਚੁਅਲੀ 42% higher CPP benefits, which is 0.7% higher each month you delay your CPP। So $1000 ਦੀ ਜਗ੍ਹਾ now you will be getting $1,420। So this is how you can increase your benefits। Now ਇਹਦੇ ਨਾਲ ਮੈਂ ਜ਼ਰੂਰ ਮੈਂਸ਼ਨ ਕਰਾਂਗਾ ਇਨਕਰੀਜ਼ ਓਬਵੀਅਸਲੀ ਤੁਹਾਡੇ ਕੋਲ ਤਾਂ ਹੀ ਓਪਰਚੁਨਿਟੀ ਹੈਗੀ ਹੈ ਜੇ ਤੁਹਾਡਾ ਕੋਈ ਸੋਰਸ ਆਫ ਇਨਕਮ ਹੈ। ਜੇ ਤੁਸੀਂ ਰਿਟਾਇਰਮੈਂਟ ਡਿਕਲੇਅਰ ਕਰਨ ਤੋਂ ਪਹਿਲਾਂ ਉਨੀ ਕੁ ਸੇਵਿੰਗਸ ਕੀਤੀਆਂ ਕਿ ਹਾਂ ਆਪਾਂ ਐਟਲੀਸਟ 4-5 ਸਾਲ ਜਿਹੜਾ ਹੈਗਾ ਸਰਵਾਈਵ ਕਰ ਸਕਦੇ ਹਾਂ ਆਪਣੀ ਸੇਵਿੰਗਸ ਤੋਂ, ਆਪਣੀ RRSP ਤੋਂ, ਆਪਣੀ ਇਨਵੈਸਟਮੈਂਟਸ ਤੋਂ, ਤਾਂ ਯੈਸ ਇਟਸ ਬੈਨੀਫੀਸ਼ੀਅਲ ਟੂ ਡਿਲੇ ਯੋਰ ਰਿਟਾਇਰਮੈਂਟ। ਬਟ ਅਗੇਨ ਉਹਦੇ ਵਿੱਚ ਇੱਕ ਹੈਲਥ ਫੈਕਟਰ ਵੀ ਆਉਂਦਾ ਹੈ। ਤੁਸੀਂ ਆਪਣੀ ਲਾਈਫ ਐਕਸਪੈਕਟੈਂਸੀ ਵੀ ਦੇਖਣੀ ਹੈ ਕਿ ਤੁਸੀਂ ਕਿੰਨਾ ਜੀ ਸਕਦੇ ਹੋ। ਓਬਵੀਅਸਲੀ ਨੋਬਡੀ ਨੋਜ਼ ਬਟ ਦਿਸ ਇਜ਼ ਐਸਟੀਮੇਟਡ ਬੇਸਡ ਔਨ ਯੋਰ ਫੈਮਿਲੀ ਹਿਸਟਰੀ ਐਜ਼ ਵੈਲ।
ਇੱਕ ਲਾਸਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਯੂ ਕੈਨ ਆਲਸੋ ਗੋ ਟੂ ਸਰਵਿਸ ਕੈਨੇਡਾਜ਼ ਵੈਬਸਾਈਟ। ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਇੱਕ ਯੂਜ਼ਰ ਅਕਾਊਂਟ ਬਣਾਓ ਤੇ ਉਹ ਸਰਵਿਸ ਕੈਨੇਡਾ ਦੀ ਵੈਬਸਾਈਟ ਦੇ ਕੈਨ ਟੈਲ ਯੂ ਕਿ ਤੁਹਾਡੀ ਐਸਟੀਮੇਟਡ ਸੀਪੀਪੀ ਰਿਟਾਇਰਮੈਂਟ ਬੈਨੀਫਿਟਸ ਕੀ ਹੋਣਗੇ ਐਟ ਏਜ 60, ਐਟ ਏਜ 65 ਔਰ ਐਟ ਏਜ 70। ਉਹ ਤੁਹਾਨੂੰ ਬੜਾ ਕਲੀਅਰਲੀ ਐਸਟੀਮੇਟ ਦੱਸ ਦਿੰਦੇ ਨੇ ਕਿ 60, 65 ਜਾਂ 70 ਦੀ ਏਜ ਵਿੱਚ ਜੇ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਤੁਹਾਡੇ ਕਿੰਨੇ ਬੈਨੀਫਿਟਸ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਨਾਲ ਫਾਈਨਲ ਗੱਲ ਜੀ, ਜੋ ਵੀ ਤੁਹਾਡੇ ਇਹ ਸੀਪੀਪੀ ਬੈਨੀਫਿਟਸ ਹੈ, ਥੀਸ ਆਰ ਆਲ taxable benefits. So ਜੋ ਵੀ CPP retirement benefits ਮਿਲਦੇ ਨੇ, they are taxable. You have to pay tax on it. Hope this helps. ਜੇ ਤੁਹਾਡਾ ਕੋਈ ਜਨਰਲ ਕੁਐਸਚਨ ਹੈ CPP ਨੂੰ ਲੈ ਕੇ ਜਾਂ ਆਪਣੀ ਰਿਟਾਇਰਮੈਂਟ ਪਲਾਨਿੰਗ, ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਨੂੰ ਲੈ ਕੇ, as I always say, you can always give me a call at 416-270-1234, 416-270-1234. Please, if you like it, share it with people and put some comments in there, or if you have any questions in there. Thanks and have a great day. Sagun Goyal.